पंजाब दे किहो जिहा पिंड, इस पिंड दे विच जे किसी नूं भी सप लड़ जांदा तां नहीं चढ़दा जहर। सन 1984 दे विच मिले सी इस स्थान तो घोड़े दे कंकाल। की इतिहास है घोड़े दा ते कंकाल मिलन दा की इतिहास है, क्यों जुड़िया होया है सप नूं लैके घोड़े दा इतिहास। तुहानूं उस इतिहास तो जानू करवावांगे। महाराज ने फिर उस टाइम की बचन किया कि अज तो बाद इस पिंड की जूह के अंदर सप का जहर असर नहीं करूँ। बाहरों भी कोई प्राणी सही सलामत इस जूह के आ जाऊगा तो वो बिल्कुल जहर मुक्त हो पुरुषों वास्ते सारे ले जा तो मझ वास्ते थोड़ा हो सकता। पेड़ा बनाता, पेड़ा बना के ना तो वो इदा मूँह से तक दिता, मूँह से तकिया तो उस वेले ना मझ जी उठ के खड़ी हो गई ट्राली दे। वो मुसलमान जिस वेले वो सप लड़ गया सी, ਉਹਦੀ ਲੱਤ ਐਡੀ ਮੋਟੀ ਹੋ ਗਈ ਸੀ ਉਸ ਵੇਲੇ। ਜਦੋਂ ਮੈਂ ਦੇਖਿਆ ਤਾਂ ਉੱਥੋਂ ਲਈ ਆਉਂਦੇ ਸੀਗੇ, ਉਹ ਜਿਹੜਾ ਲਈ ਆਉਂਦੇ ਸੀ ਨਾ ਕਹਿੰਦੇ ਵੀ ਛੇਤੀ ਨਾਲ ਡੱਲੇ ਦੀ ਜੂਹ 'ਚ ਵੜ ਜਾਓ। ਤੇ ਇਹ ਕਿਸੇ ਨੂੰ ਵਿਸ਼ਵਾਸ ਥੋੜ੍ਹਾ ਸੀਗਾ ਵੀ ਸੱਪ ਲੜਿਆ। ਜਦੋਂ ਸਾਹਮਣੇ ਆ ਗਏ ਸਾਰਾ ਨਕਸ਼ਾ ਤੇ ਉਸ ਵੇਲੇ ਸਾਰੇ ਜਿਹੜੇ ਧੰਨ ਕਰ ਉੱਠੇ। ਜਿਸ ਟਾਈਮ ਮੈਂ ਦੇਖਿਆ ਸੱਪ ਕਾਫੀ ਭਾਰਾ ਸੀ, ਮੇਰੇ ਲਾਗੇ ਦੌੜਿਆ, ਮੈਂ ਚੀਕਾਂ ਮਾਰੀਆਂ। ਮੇਰੇ ਫਾਦਰ ਸਾਹਿਬ ਮੇਰੇ ਵੱਲ ਨੂੰ ਦੌੜੇ ਆਏ ਨੇ, ਉਹਨਾਂ ਨੇ ਆ ਕਰਕੇ ਦੇਖਿਆ ਕੀ ਹੋਇਆ। ਮੈਂ ਕਿਹਾ ਮੇਰੇ ਇੱਥੇ ਹੱਥ ਦੇ ਕੁਛ ਹੋਇਆ। ਮੇਰੇ ਹਲਕਾ ਜਿਹਾ ਖੂਨ ਨਿਕਲਦਾ ਸੀਗਾ, ਛੇਕ ਸੀਗੇ ਹੱਥ ਦੇ ਉੱਤੇ ਤੇ ਮੇਰੇ ਹੱਥ ਸੁੰਨ ਹੁੰਦਾ ਜਾ ਰਿਹਾ ਸੀ। ਉਹਨਾਂ ਨੇ ਉਸੇ ਟਾਈਮ ਟਰੈਕਟਰ ਦੇ ਉੱਤੇ ਮੈਨੂੰ ਬਿਠਾਇਆ, ਹੋਰ ਕਿਸੇ ਪਾਸੇ ਨਹੀਂ ਲੈ ਕੇ ਗਏ। ਫਟਾਫਟ ਟਰੈਕਟਰ ਖੇਤਾਂ ਦੇ ਵਿੱਚ ਦੀ ਸਿੱਧਾ ਇਸ ਗੁਰਦੁਆਰੇ ਸਾਹਿਬ ਨੂੰ ਲੈ ਕੇ ਆ। ਉਹ ਛਾਲਾ ਬਣਿਆ। ਹੌਲੀ ਹੌਲੀ 2-3 ਮਹੀਨੇ ਬਾਅਦ, 2 ਮਹੀਨੇ ਤੱਕ ਉਹ ਜ਼ਖਮ ਜਿਹੜਾ ਹਲਕਾ ਜਿਹਾ ਰਿਹਾ, ਲੇਕਿਨ ਉਹ ਉਤਰ ਗਏ। ਉਹਦੀ ਜ਼ਹਿਰ ਗਾਂ ਨਹੀਂ ਗਈ, ਜ਼ਹਿਰ ਉੱਥੇ ਦੀ ਉੱਥੇ ਅਟਕ ਗਈ। ਮੇਰੇ ਨਾਲ ਖੁਦ ਨਾਲ ਇਹ ਵਾਪਰੀ ਹੋਈ ਸੀ। ਜੇ ਕਿਸੇ ਜਾਨਵਰ ਨੂੰ ਸੱਪ ਲੜ ਜਾਂਦਾ ਕਿ ਉਹ ਪਿੰਡ ਦੀ ਸਰਹੱਦ ਵਿੱਚ ਆ ਜਾਂਦਾ, ਉਹ ਵੀ ਬਚ ਜਾਊਗਾ। ਜੀ ਬਿਲਕੁਲ। ਇਸ ਤਰ੍ਹਾਂ ਹੀ ਪਹਿਲਾਂ ਅਸੀਂ ਸਾਰੇ ਇਹਨੂੰ ਇਨਸਾਨਾਂ ਦੇ ਨਾਲ ਜੋੜ ਕੇ ਹੀ ਆਪਾਂ ਦੇਖਦੇ ਸੀ, ਲੇਕਿਨ ਜਦੋਂ ਇਹ ਵਾਕਿਆ ਸਾਡੇ ਸਾਹਮਣੇ ਆਇਆ ਵੀ ਉਸ ਦਿਨ ਟਰਾਲੀ ਦੇ ਵਿੱਚ ਪਾ ਕੇ ਲੈ ਕੇ ਆਏ ਨੇ ਉਸ ਜਾਨਵਰ ਨੂੰ, ਮੱਝ ਨੂੰ ਲੈ ਕੇ ਆਏ ਨੇ, ਤੇ ਸਾਡਾ ਵੀ ਉਸ ਦਿਨ ਤਾਂ ਵਿਸ਼ਵਾਸ ਬਿਲਕੁਲ ਹੋਰ ਪੁਖਤਾ ਹੋ ਗਿਆ। ਇੰਨਾ ਜ਼ਰੂਰ ਪਤਾ ਸੀ ਵੀ ਘੋੜਾ ਸਾਹਿਬ ਸ਼ਹੀਦ ਹੋਇਆ, ਗਾਂ ਦਾ ਚੈਪਟਰ ਨਹੀਂ ਸੀ ਪਤਾ। ਉਹ ਤਾਂ ਜਦੋਂ ਆਪਣੀ ਅੱਖੀਂ ਫਿਰ ਦੇਖਿਆ ਫਿਰ ਸਾਰਾ ਕਲੀਅਰ ਆ। ਸਾਡੇ ਬਜ਼ੁਰਗਾਂ ਦੇ ਵੀ ਦੋਨਾਂ ਪੈਰਾਂ ਦੇ ਉੱਤੇ ਸੱਪ ਲੜ ਗਿਆ। ਹੋਰ ਕੋਈ ਨੌਜਵਾਨ ਇੱਥੇ ਆਉਂਦਾ, ਕੋਈ ਕਿਸੇ ਮਨ 'ਚ ਸਵਾਲ ਵੀ ਹੋ ਜਾਂਦਾ, ਸਵਾਲ ਕਰਦੇ ਤੁਹਾਨੂੰ ਆ ਕੇ ਵੀ ਐਵੇਂ ਨਹੀਂ ਹੋ ਸਕਦਾ, ਸਾਇੰਸ ਦਾ ਯੁੱਗ ਹੈ, ਅਸੀਂ ਨਹੀਂ ਚੀਜ਼ਾਂ ਮੰਨਦੇ। ਪਰ ਸਾਇੰਸ ਇੱਥੇ ਆ ਕੇ ਮਹਾਰਾਜ ਦੇ ਅੱਗੇ ਹਾਰ ਜਾਂਦੀ ਆ। ਜਿੰਨੇ ਵੀ ਇਸ ਦੁਨੀਆ ਦੇ ਉੱਤੇ ਧਰਮ ਪੈਦਾ ਹੋਏ ਆ, ਮੈਂ ਇਸ ਤੇ ਇੱਕ ਗੱਲ ਕਹਿਣਾ, ਹਰ ਇੱਕ ਧਰਮ ਨੇ ਇੱਕ ਗੱਲ ਕਹੀ ਆ ਵੀ ਮੇਰੇ ਤੋਂ ਉੱਪਰ ਇੱਕ ਅਕਾਲ ਪੁਰਖ ਹੈ। ਉਸ ਅਕਾਲ ਪੁਰਖ ਦੇ ਅੱਗੇ ਤਾਂ ਫਿਰ ਸਾਇੰਸ ਕੀ ਚੀਜ਼ ਹੈ। ਪਿੰਡ ਡੱਲੇ ਦੇ ਵਿੱਚ ਅਸੀਂ ਮੌਜੂਦ ਹਾਂ। ਕਿਹਾ ਜਾਂਦਾ ਕਿ ਇਸ ਪਿੰਡ ਦੀ ਸਰਹੱਦ ਦੇ ਅੰਦਰ ਕੋਈ ਵਿਅਕਤੀ ਆ ਜਾਂਦਾ, ਜੇ ਸੱਪ ਲੜ ਜਾਂਦਾ ਤਾਂ ਉਸ ਨੂੰ ਜ਼ਹਿਰ ਦਾ ਕੋਈ ਵੀ ਅਸਰ ਨਹੀਂ ਹੋਊਗਾ। ਕੀ ਇਤਿਹਾਸ ਹੈ, ਕੀ ਪਿਛੋਕੜ ਹੈ, ਕੀ ਵਧ ਮਿਲਿਆ ਹੋਇਆ ਇਸ ਪਿੰਡ ਨੂੰ, ਆਪਾਂ ਜਾਣਕਾਰੀ ਲਾਂਗੇ। ਸਾਡੇ ਸਾਹਮਣੇ ਕੁਝ ਬਜ਼ੁਰਗ ਵੀ ਮੌਜੂਦ ਨੇ ਤੇ ਪਿੰਡ ਦੇ ਵਾਸੀ ਵੀ ਨੇ। ਲਗਭਗ 1300-1400 ਦੇ ਆਸ-ਪਾਸ ਪਿੰਡ ਦੀ ਆਬਾਦੀ ਹੈ। ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਅਲੱਗ-ਅਲੱਗ ਥਾਵਾਂ ਦਾ ਆਪਣਾ ਇਤਿਹਾਸ ਹੈ। ਇੱਕ ਤੁਹਾਨੂੰ ਪਹਿਲਾਂ ਵੀ ਇਤਿਹਾਸ ਪੱਖੋਂ ਨਜ਼ਰ ਮਰਵਾਈ ਸੀ ਕਿ ਇੱਕ ਪਿੰਡ ਇਹੋ ਜਿਹਾ ਵੀ ਹੈ ਜਿੱਥੇ ਚੁਬਾਰਾ ਨਹੀਂ ਛੱਤਿਆ ਜਾਂਦਾ। ਪਿੰਡ ਦੀ ਜੂਹ ਦੇ ਬਾਹਰ ਤੁਸੀਂ ਚੁਬਾਰਾ ਛੱਤ ਸਕਦੇ ਹੋ। ਸੇਮ ਉਹ ਵੀ ਇਤਿਹਾਸ ਇੱਥੇ ਹੀ ਹੈ, ਬਸ ਇੱਥੇ ਇਤਿਹਾਸ ਪੱਖੋਂ ਇਹ ਕੁਝ ਬਦਲਿਆ ਹੈ ਕਿ ਜੇ ਸੱਪ ਲੜ ਜਾਂਦਾ, ਜੇ ਪਿੰਡ ਦੀ ਜੂਹ ਦੇ ਵਿੱਚ ਤਾਂ ਤੁਹਾਨੂੰ ਜ਼ਹਿਰ ਨਹੀਂ ਚੜ੍ਹੇਗਾ। ਚਾਹੇ ਕੋਈ ਵੀ ਵਿਅਕਤੀ ਇੱਥੇ ਆ ਜਾਂਦਾ, ਚਾਹੇ ਸੱਪ ਕਿਸੇ ਨੂੰ ਬਾਹਰੋਂ ਲੜਿਆ ਹੋਵੇ ਤਾਂ ਪਿੰਡ ਵਿੱਚ ਆ ਜਾਂਦਾ ਤਾਂ ਵੀ ਜ਼ਹਿਰ ਨਹੀਂ ਚੜ੍ਹੇਗਾ। ਇਤਿਹਾਸ ਕੀ ਹੈ, ਕੁਛ ਹੁਣ ਤਸਵੀਰਾਂ ਵੀ ਦਿਖਾ ਰਹੇ ਸੀ ਇਤਿਹਾਸ ਪੱਖੋਂ। ਆਪਾਂ ਗੱਲਬਾਤ ਕਰਾਂਗੇ ਪਿੰਡ ਦੇ ਵਾਸੀਆਂ ਦੇ ਨਾਲ ਹੀ। ਭਾਈ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਭਾਈ ਖਾਲਸਾ ਵਾਹਿਗੁਰੂ ਫਤਿਹ। ਹੁਣੇ ਜਿਵੇਂ ਗੱਲਬਾਤ ਕਰ ਰਹੇ ਸੀ, ਤੁਸੀਂ ਦੱਸ ਵੀ ਰਹੇ ਸੀ ਕਿ ਪਿੰਡ ਦੇ ਸਰਹੱਦ ਦੇ ਅੰਦਰ ਕੋਈ ਵੀ ਆ ਜਾਂਦਾ ਵਿਅਕਤੀ, ਚਾਹੇ ਪਿੰਡ ਦਾ ਬਾਹਰੋਂ ਵਾਸੀ ਹੈ ਚਾਹੇ ਪਿੰਡ ਦਾ ਵਾਸੀ ਹੈ, ਉਸ ਨੂੰ ਜ਼ਹਿਰ ਨਹੀਂ ਚੜ੍ਹੇਗਾ। ਇਹ ਇਤਿਹਾਸ ਦੀ ਗੱਲ ਹੈ। ਪਿੱਛੇ ਪਿਛੋਕੜ ਨਜ਼ਰ ਮਾਰੀਏ, ਕਿਹੜੇ ਗੁਰੂ ਸਾਹਿਬ ਆਏ ਇੱਥੇ ਤੇ ਇਤਿਹਾਸ ਬਣਿਆ ਕਿਵੇਂ? ਇਹ ਜੀ ਇੱਦਾਂ ਵੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਦੀ ਜੰਗ ਤੋਂ ਬਾਅਦ ਤਕਰੀਬਨ 1632-34 ਦੇ ਏੜ-ਗੇੜ ਕਰਤਾਰਪੁਰ ਦੀ ਜੰਗ ਹੋਈ ਆ। ਉਸ ਤੋਂ ਬਾਅਦ ਗੁਰੂ ਸਾਹਿਬ ਭਾਈ ਮੰਝ ਨੂੰ ਮਿਲਣ ਵਾਸਤੇ ਜਾ ਰਹੇ ਸੀਗੇ। ਇੱਥੇ ਕੁਝ ਸਮਾਂ ਗੁਰੂ ਸਾਹਿਬ ਆਪਣੀਆਂ ਫੌਜਾਂ ਸਮੇਤ ਠਹਿਰੇ ਆ। ਉਸ ਸਮੇਂ ਦੇ ਦੌਰਾਨ ਗੁਰੂ ਸਾਹਿਬ ਦੇ ਸੇਵਾਦਾਰ ਘੋੜਿਆਂ ਨੂੰ ਪਾਣੀ ਪਿਲਾਉਣ ਵਾਸਤੇ ਇੱਥੇ ਬਣੀ ਹੋਈ ਝੀਲ ਦੇ ਦੁਆਲੇ ਲਿਆਏ ਸੀਗੇ। ਉਹਨਾਂ ਦੇ ਵਿੱਚੋਂ ਜਦੋਂ ਇੱਕ ਘੋੜੇ ਨੂੰ ਸੱਪ ਨੇ ਡੰਗ ਮਾਰਿਆ ਤਾਂ ਸੇਵਾਦਾਰਾਂ ਨੇ ਗੁਰੂ ਸਾਹਿਬ ਨੂੰ ਆ ਕੇ ਦੱਸਿਆ, ਮਹਾਰਾਜ ਵੀ ਇੱਦਾਂ ਕਰਕੇ ਹੋਈ ਆ।
ਤੇ ਮਹਾਰਾਜ ਨੇ ਫਿਰ ਉਸ ਟਾਈਮ ਦੀ ਇਹ ਬਚਨ ਕੀਤਾ ਵੀ ਅੱਜ ਤੋਂ ਬਾਅਦ ਇਸ ਪਿੰਡ ਦੀ ਜੂਹ ਦੇ ਅੰਦਰ ਸੱਪ ਦਾ ਜ਼ਹਿਰ ਅਸਰ ਨਹੀਂ ਕਰੂਗਾ। ਬਾਹਰੋਂ ਵੀ ਕੋਈ ਪ੍ਰਾਣੀ ਸਹੀ ਸਲਾਮਤ ਇਸ ਜੂਹ ਦੇ ਵਿੱਚ ਆ ਜਾਊਗਾ ਤਾਂ ਉਹ ਬਿਲਕੁਲ ਜ਼ਹਿਰ ਮੁਕਤ ਹੋ ਜਾਊਗਾ। ਸੋ ਅਨੇਕਾਂ ਮਹਾਰਾਜ ਦੇ ਬਖਸ਼ਿਸ਼ ਦੇ ਨਾਲ ਅਨੇਕਾਂ ਹੀ ਪ੍ਰਾਣੀ ਬਾਹਰੋਂ ਆ ਕੇ ਮਹਾਰਾਜ ਦੇ ਇਸ ਬਖਸ਼ਿਸ਼ ਦੀ ਲਾਹੇ ਲੈ ਰਿਹਾ ਤੇ ਖੁਸ਼ੀਆਂ ਪ੍ਰਾਪਤ ਕਰ ਰਿਹਾ। ਹੁਣ ਸੱਪ ਦੀ ਗੱਲ ਕੀਤੀ ਵੀ ਜ਼ਹਿਰ ਨਹੀਂ ਚੜੂਗਾ, ਤੁਸੀਂ ਤਸਵੀਰ ਵੀ ਦਿਖਾ ਦੇ ਸੀ ਇੱਕ, ਜੇ ਘੋੜੇ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਘੋੜੇ ਨੂੰ ਸੱਪ ਲੜਿਆ ਉਸ ਤੋਂ ਬਾਅਦ ਉਹ ਸ਼ਹੀਦ ਹੋ ਜਾਂਦਾ ਘੋੜਾ, ਕੋਈ ਸਬੂਤ ਮਿਲਿਆ ਇਸ ਚੀਜ਼ ਦਾ? ਹਾਂਜੀ, ਉਸ ਟਾਈਮ ਤੇ ਪਹਿਲਾਂ ਇਹ ਨਹੀਂ ਸਾਨੂੰ ਪਤਾ ਵੀ ਘੋੜੇ ਸਾਹਿਬ ਦਾ ਗੁਰੂ ਸਾਹਿਬ ਨੇ ਕੀ ਕੀਤਾ। ਉਹ ਤਾਂ ਦਸੰਬਰ 1984 ਦੇ ਵਿੱਚ ਨਾ ਪਿੰਡ ਦੇ ਕੁਝ ਸੰਗਤਾਂ ਨੇ ਇਕੱਠੇ ਹੋ ਕੇ ਇੱਥੇ ਇੱਕ ਮਟੀ ਬਣੀ ਹੁੰਦੀ ਬੇਰੀ ਸਾਹਿਬ ਦੇ ਕੋਲ, ਉੱਥੇ ਹੀ ਲੋਕੀ ਪੂਜਾ ਪਾਠ ਕਰਦੇ ਹੁੰਦੇ ਜਾਂ ਦੀਵੇ ਦੂਵੇ ਜਗਾਉਂਦੇ ਹੁੰਦੇ ਸੀਗੇ। ਤੇ ਜਦੋਂ ਉਹ ਅਸੀਂ ਪਿੰਡ ਦੇ ਪਤਵੰਤੇ ਸੱਜਣ ਹੋਰ ਵੀ ਕੋਈ ਇਕੱਠੇ ਹੋ ਕੇ ਇਸ ਜਗ੍ਹਾ ਦੇ ਉੱਤੇ ਕੁਝ ਬਣਾਉਣ ਲੱਗੇ ਆ, 5 ਪਿੱਲਰ ਭਰਨ ਤੋਂ ਬਾਅਦ ਜਦੋਂ 6ਵਾਂ ਪਿੱਲਰ ਇੱਥੋਂ ਗੁਣੀਆਂ ਕਰਕੇ ਭਰਿਆ ਤੇ ਉਹ ਜਦੋਂ ਉਹਦਾ ਟੋਆ ਪੱਟਿਆ ਉਹਦੇ ਵਿੱਚੋਂ ਫਿਰ ਘੋੜਾ ਸਾਹਿਬ ਦੀਆਂ ਅਸਥੀਆਂ ਜਿਹੜੀਆਂ ਸੀ ਨਾ ਪੂਰੀਆਂ, ਉਹਨਾਂ ਦੇ ਦਰਸ਼ਨ ਹੋਏ ਆ। ਲਗਾਮਾਂ ਦੀ ਕੁੰਡੀ, ਕੜਾ, ਘੋੜਾ ਸਾਹਿਬ ਦੇ ਦੰਦ ਵਗੈਰਾ ਇੱਦਾਂ ਦੀਆਂ ਨਿਸ਼ਾਨੀਆਂ ਮਿਲੀਆਂ। ਉਹ ਫਿਰ ਅਸੀਂ ਉਨੀ ਜਗ੍ਹਾ ਨੂੰ ਸ਼ੀਸ਼ੇ ਦੇ ਵਿੱਚ ਮੜਾ ਕੇ ਤੇ ਉਹ ਪਿੱਲਰ ਜਿਹੜਾ ਸੀ ਬਾਹਰ ਕੱਢ ਦਿੱਤਾ। ਉਹ ਸੰਗਤਾਂ ਦੇ ਦਰਸ਼ਨਾਂ ਵਾਸਤੇ ਜਿੰਨਾ ਚਿਰ ਸਾਂਭ ਸਕਦੇ ਸਾਂਭਿਆ। ਉਹ ਤੋਂ ਬਾਅਦ ਅਸੀਂ ਇਹ ਸੋਚਿਆ ਵੀ ਇਹਨੂੰ ਕੋਈ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦੇ ਨਾਲ ਅਸੀਂ ਸੰਪਰਕ ਕਰੀਏ ਵੀ ਜਿਹੜਾ ਇੱਥੇ ਗੁਰੂ ਸਥਾਨ ਜਿਹੜੇ ਬਹੁਤ ਆਲੀਸ਼ਾਨ ਬਣਨ। ਅਸੀਂ ਕਈ ਮਹਾਂਪੁਰਸ਼ਾਂ ਦੇ ਨਾਲ ਸੰਪਰਕ ਕੀਤਾ, ਪਰ ਛੇਕੜ ਤੇ ਜਾ ਕੇ ਸੰਤ ਬਾਬਾ ਜਗਤਾਰ ਸਿੰਘ ਜੀ ਦੇ ਨਾਲ ਸਾਡੀ ਗੱਲਬਾਤ ਹੋਈ ਪਟਿਆਲੇ ਜਾ ਕੇ। ਉਹਨਾਂ ਨੇ ਫਿਰ ਸੇਵਾ ਦੀ ਹਾਮੀ ਭਰੀ। ਉਹ ਤੋਂ ਬਾਅਦ ਫਿਰ ਸੇਵਾ ਕਰਵਾ ਕੇ ਉਹਨਾਂ ਨੂੰ ਤੇ ਅਸਥਾਨ ਬਣਾਇਆ। ਅੱਛਾ ਬਾਬਾ ਜੀ, ਤੁਸੀਂ ਪਿੰਡ ਦੇ ਵਾਸੀ ਹੋ, ਕੋਈ ਇਹੋ ਜਿਹੇ ਲੋਕ ਜਿਨ੍ਹਾਂ ਦੇ ਸੱਪ ਲੜੇ ਹੋਵੇ ਇੱਥੇ ਆਉਂਦੇ ਹੋਣ? ਇੱਥੇ ਆਪਣੇ ਟਰਾਲੀ ਆਈ, ਟਰਾਲੀ ਦੇ ਵਿੱਚ ਇੱਕ ਮੱਝ ਸੀ, ਮੱਝ ਨੂੰ ਲੜਿਆ ਸੀਗਾ ਸੱਪ। ਤੇ ਉਹ ਜਾ ਕੇ ਇੱਥੇ ਜਦੋਂ ਖੜੀ ਕੀਤੀ ਨਾ, ਤੇ ਉਹ ਜਿੱਦਾਂ ਬੇਹੋਸ਼ ਹੁੰਦੀ ਹੈ ਵਿੱਚ ਇੱਦਾਂ ਪਈ ਸੀਗੀ। ਤੇ ਇੱਥੇ ਆ ਕੇ ਤੇ ਇੱਥੇ ਕਹਿਣ ਲੱਗੇ, ਬਾਬਾ ਸ਼ੇਰ ਸਿੰਘ ਸੀਗੇ ਇੱਥੇ ਉਦੋਂ, ਤੇ ਉਹਨਾਂ ਨੂੰ ਕਹਿਣ ਲੱਗੇ ਵੀ ਅਸੀਂ ਤਾਂ ਇੱਥੇ ਭਾਈ ਮੱਝ ਨੂੰ ਲੈ ਕੇ ਆਏ। ਕਹਿੰਦੇ ਇਹ ਤਾਂ ਪਸ਼ੂਆਂ ਵਾਸਤੇ ਆ, ਆਪਣੇ ਪੁਰਸ਼ਾਂ ਵਾਸਤੇ ਸਾਰਿਆਂ ਲਈ ਆ, ਤੇ ਮੱਝ ਵਾਸਤੇ ਥੋੜ੍ਹਾ ਹੋ ਸਕਦਾ। ਤੇ ਉਹ ਕਹਿਣ ਲੱਗੇ ਚਲੋ ਤੁਸੀਂ ਅਰਦਾਸ ਕਰ ਦਿਓ। ਉਹਨਾਂ ਨੇ ਇੱਥੇ ਅਰਦਾਸ ਕੀਤੀ। ਅਰਦਾਸ ਕਰਕੇ ਤਾਂ ਜਿੰਨੀ ਸੀ ਨਾ ਉਹ ਮਿੱਟੀ ਲੈ ਕੇ ਤਾਂ ਉਹਦੇ ਵਿੱਚ ਪਾ ਲਿਆ, ਆਪਣੇ ਥੋੜ੍ਹਾ ਜਿਹਾ ਉਹ ਪੇੜਾ ਬਣਾਇਆ, ਪੇੜਾ ਬਣਾਤਾ। ਪੇੜਾ ਬਣਾ ਕੇ ਨਾ ਤੇ ਉਹਦੇ ਇੱਦਾਂ ਮੂੰਹ 'ਚ ਤੱਕ ਦਿੱਤਾ, ਮੂੰਹ 'ਚ ਤੱਕਿਆ ਤੇ ਉਹ ਉਸੇ ਵੇਲੇ ਨਾ ਮੱਝ ਜਿਹੜੀ ਸੀ ਉੱਠ ਕੇ ਖੜੀ ਹੋ ਗਈ ਵਿੱਚੋਂ ਟਰਾਲੀ ਟਰਾਲੀ ਦੇ ਵਿੱਚ। ਸਾਰੇ ਦੇਖ ਕੇ ਹੈਰਾਨ ਰਹਿ ਗਏ। ਤੇ ਉਹ ਫਿਰ ਜਿਹੜਾ ਹੁਣ ਜਿੰਨੇ ਆਉਂਦੇ ਆ ਇੱਥੇ, ਉਹ ਪਹਿਲਾਂ ਜਾ ਕੇ ਉੱਥੇ ਦੀ ਮਿੱਟੀ ਇੰਨੀ ਲੈਂਦੇ ਆ, ਥੋੜ੍ਹੀ ਜਿਹੀ ਮਿੱਟੀ ਲੈ ਕੇ ਤੇ ਉਹੋ ਹੀ ਉਹਨਾਂ ਨੇ ਜਿਹੜੇ ਸੱਪ ਲੜਿਆ ਹੋਵੇ ਉਹ ਮੂੰਹ 'ਚ ਰੱਖਦਾ, ਉਹਨੂੰ ਅੰਦਰ ਨਿਕਾਲ ਲੈਂਦਾ ਮਿੱਟੀ ਨੂੰ। ਤੇ ਉਹ ਤੋਂ ਬਾਅਦ ਦੇ ਵਿੱਚ ਫਿਰ ਅਰਦਾਸ ਬੇਨਤੀ ਹੁੰਦੀ ਆ, ਅਰਦਾਸ ਸਾਰੇ ਕਰਦੇ ਆ। ਕਿਉਂਕਿ ਅਸੀਂ ਪਾਕਿਸਤਾਨ ਦੇ ਟਾਈਮ 'ਚ ਮੈਂ ਇੱਥੇ 6ਵੀਂ 7ਵੀਂ 'ਚ ਸੀ ਉਦੋਂ, ਤੇ ਜਿੱਦਾਂ ਇੱਥੋਂ ਆਨੰਦਪੁਰ ਆ ਨਾਲ ਦਾ ਪਿੰਡ, ਉੱਥੋਂ ਮੁਸਲਮਾਨ ਸੀਗਾ ਇੱਕ, ਤੇ ਉਹ ਮੁਸਲਮਾਨ ਇਸ ਵੇਲੇ ਦਾ ਉਹਦੇ ਸੱਪ ਲੜ ਗਿਆ ਸੀ। ਉਹਦੀ ਲੱਤ ਐਡੀ ਮੋਟੀ ਹੋ ਗਈ ਸੀ ਉਸ ਵੇਲੇ ਜਿੱਦਾਂ ਮੈਂ ਦੇਖਿਆ। ਤਾਂ ਉੱਥੋਂ ਲਈ ਆਉਂਦੇ ਸੀਗੇ, ਉਹ ਜਿਹੜਾ ਲਈ ਆਉਂਦੇ ਸੀ ਨਾ, ਕਹਿੰਦੇ ਵੀ ਛੇਤੀ ਨਾਲ ਡੱਲੇ ਦੀ ਜੂਹ 'ਚ ਵੜ ਜਾਓ। ਤੇ ਫਿਰ ਨਹੀਂ ਇੱਥੇ ਉਹਨੂੰ ਲਿਆਂਦਾ, ਉਹਦੀ ਮੈਨੂੰ ਸ਼ਕਲ ਯਾਦ ਆਉਂਦੀ ਉੱਦਾਂ ਹੀ। ਤੇ ਉਹਨੂੰ ਲਿਆਂਦਾ ਇੱਥੇ ਆ ਕੇ, ਤਾਂ ਇੱਥੋਂ ਮਿੱਟੀ ਮੂੰਹ 'ਚ ਪਾ ਲਈ। ਉਦੋਂ ਉਹ ਚੀਜ਼ ਨਿਕਲੀ ਨਹੀਂ ਸੀਗੀ, ਇਹ ਤਾਂ ਨਿਕਲੀ ਜਾ ਕੇ ਬਾਅਦ 'ਚ 84 ਦੇ ਵਿੱਚ। ਪਹਿਲਾਂ ਤਾਂ ਲੋਕ ਇਸ ਬੇਰੀ ਨੂੰ ਉੱਦਾਂ ਹੀ ਪੂਜਾ ਕਰਦੇ ਸੀਗੇ। ਵੀ ਸਾਡੇ ਬਜ਼ੁਰਗਾਂ ਨੇ ਉਹ ਦੱਸਿਆ ਸੀ, ਸਾਡੇ ਬਾਬਾ ਜੀ ਹੁਣੀ, ਵੀ ਇੱਥੇ ਇਹ ਜਿਹੜੀ ਜਗ੍ਹਾ ਹੈ ਨਾ, ਤੇ ਇੱਥੇ ਸੱਪ ਲੜਿਆ ਆ। ਤੇ ਉਹ ਇੰਨਾ ਨਹੀਂ ਪਤਾ ਸੀ ਵੀ ਲੜਿਆ ਵਾਕਈ ਆ। ਸਾਰਿਆਂ ਨੇ ਇੰਨੀ ਚੀਜ਼ ਕਿਸੇ ਨੂੰ ਵਿਸ਼ਵਾਸ ਨਹੀਂ ਸੀਗਾ। ਇਹਨਾਂ ਸਾਨੂੰ ਪਤਾ ਸੀਗਾ ਵੀ ਇੱਥੇ ਸੱਪ ਲੜਿਆ, ਔਰ ਉਦੋਂ ਪਹਿਲਾਂ ਤੋਂ ਲੈ ਕੇ ਚੱਲਦੀ ਸੀਗੀ। ਜਿੰਨੇ ਪਿੰਡ ਦੇ ਵਿੱਚ ਪਸ਼ੂ, ਕੋਈ ਸੂਣਾ, ਕਿਸੇ ਦੀ ਕੋਈ ਗਾਂ, ਮੱਝ, ਤੇ ਉਸ ਨੂੰ ਲਿਆ ਕੇ ਉਹਦਾ ਦੁੱਧ ਜਿਹੜਾ ਪਹਿਲਾਂ ਹੁੰਦਾ ਸੀ, ਉਹ ਦੁੱਧ ਇੱਥੇ ਲਿਆਉਂਦੇ ਹੁੰਦੇ ਸੀਗੇ। ਤੇ ਇਸ ਬੇਰੀ ਦੇ ਜਦੋਂ ਮੇਰਾ ਵਿਆਹ ਹੋਇਆ, ਤਕਰੀਬਨ ਮੇਰਾ ਹੋ ਗਿਆ 17 ਸਾਲ ਦਾ ਸੀ ਮੈਂ ਉਦੋਂ, ਤੇ ਸਾਡੀ ਮਾਤਾ ਨੇ ਵੀ ਇੱਥੇ ਲਿਆ ਕੇ ਤੇ ਇੱਥੇ ਮੱਥਾ ਟਿਕਾਉਂਦੇ ਸੀ ਬੇਰੀ ਨੂੰ। ਮੈਂ ਕਹਾਂ ਬੇਰੀ ਨੂੰ ਨਹੀਂ ਮੈਂ ਟੇਕਣਾ, ਵੀ ਗੁਰੂ ਗ੍ਰੰਥ ਸਾਹਿਬ ਨੂੰ। ਉਹਨਾਂ ਦਾ ਵਿਸ਼ਵਾਸ ਇੰਨਾ ਬਣਿਆ ਸੀਗਾ। ਤੇ ਬਾਅਦ ਦੇ ਵਿੱਚ ਜਿਹੜਾ ਕਾਇਮ ਹੋਇਆ ਇਹ ਸਾਕਾ ਵਰਤਿਆ, ਤੇ ਉਹਦੇ ਵਿੱਚ ਸਾਰਾ ਹੀ ਪਿੰਡ ਇੱਥੇ ਜਿਹੜਾ ਇਹਦਾ
ਪਿੱਲਰ ਕੱਢਦੇ ਜਿੱਦਾਂ ਨਿਕਲਿਆ ਥੱਲਿਓਂ ਤੇ ਉਹ ਸਾਰਾ ਪਿੰਡ ਨੱਠਾ ਆ ਗਿਆ ਵੀ ਇੱਕ ਵੇਲੇ ਹੱਡੀਆਂ ਦਾ ਪੂਰਾ ਪਿੰਜਰ ਬਣਿਆ ਆ। ਤੇ ਕਾਠੀ ਉਹ ਪੁਰਾਣੇ ਜ਼ਮਾਨੇ ਦੀ ਕਾਠੀ, ਜਿੱਦਾਂ ਦੀਆਂ ਕਾਠੀਆਂ ਕੁੱਟ ਕੇ ਬਣਾਉਂਦੇ ਸੀ ਨਾ, ਇੱਦਾਂ ਦੀ ਕਾਠੀ ਸੀਗੀ। ਦੰਦ ਵਗੈਰਾ ਤੇ ਜਾਂ ਲਗਾਮ ਸੀਗੀ, ਲਗਾਮ ਤੇ ਇੱਥੇ ਪਾਉਣ ਵਾਲੀ ਸੀਗੀ ਉਹ ਕੁੰਡਲੀ ਜਿਹੀ। ਕੁੰਡਲੀ ਜਿਹੀ ਜਿਹੜਾ ਸਾਰੇ ਇੰਨੀ ਸ਼ਰਧਾ ਬਣ ਗਈ ਲੋਕਾਂ ਦੀ ਕਿ ਵਾਕਈ ਜਿਹੜੀ ਆਪਾਂ ਲੱਭਦੇ ਫਿਰਦੇ ਸੀ ਨਾ ਉਹ ਚੀਜ਼ ਉਹ ਲੱਭ ਪਈ ਇੱਥੇ। ਅੱਛਾ, ਉਹ ਗੁਰੂ ਸਾਹਿਬ ਦਾ ਘੋੜਾ ਸੀ ਜੋ ਤੁਹਾਨੂੰ ਇੱਥੇ ਪਿੰਜਰ ਮਿਲੇ ਨੇ? ਹਾਂਜੀ, ਇਸ ਚੀਜ਼ ਨੂੰ ਪਹਿਲਾਂ ਤੋਂ ਲੈ ਕੇ ਉਹ ਚੱਲਦੀ ਜੇ ਇਹ ਮਤਲਬ ਸੀਗਾ ਵੀ ਸਾਰੇ ਪਿੰਡ ਦੇ ਵਿੱਚ ਇਹ ਮਸ਼ਹੂਰੀ ਹੁੰਦੀ ਸੀਗੀ ਵੀ ਇਹ ਇੱਥੇ ਗੁਰੂ ਸਾਹਿਬ ਆਏ ਆ। ਆਹ ਝੀਲ ਸੀਗੀ ਸਾਰੀ, ਇਹ ਤਾਂ ਸਾਡੇ ਦੇਖਤਿਆਂ ਦੇ ਬਣਿਆ ਨਾ ਸਭ ਕੁਝ। ਇਹ ਝੀਲ ਸੀਗੀ, ਬਹੁਤ ਹਾਥੀ ਉਡਮ ਹੋਣੀ ਹੈ ਉਹ। ਆ ਸਾਰੀ ਦੁਨੀਆ ਉਹ ਤਾਂ ਜਗ੍ਹਾ ਸੀਗੀ ਸਾਰੀ। ਤੇ ਇੱਥੇ ਫਿਰ ਬਾਅਦ ਦੇ ਇਹ ਤਾਂ ਬਹੁਤ ਗੰਦੀ ਜਗ੍ਹਾ ਸੀਗੀ। ਉਨੀ ਜਗ੍ਹਾ ਸੀਗੀ ਇੱਕ ਸੁਥਰੀ ਜਿਹੜੀ ਬਣੀ ਹੋਈ ਸੀ ਉੱਤੇ ਛੱਪੜ ਦੇ ਕੰਢੇ ਦੇ ਉੱਤੇ। ਵੀ ਬਾਅਦ ਦੇ ਵਿੱਚ ਇਹਨਾਂ ਪਹਿਲਾਂ ਇਹ ਚੀਜ਼ ਬਣ ਚੁੱਕੀ ਸੀ ਹਰ ਇੱਕ ਦਿਮਾਗ ਦੇ ਵਿੱਚ। ਇਹ ਆ ਜਿਹੜੀ ਸੱਚੀ ਗੱਲ ਹੋ ਗਈ, ਜਿਹੜੀ ਆਪਾਂ ਸੋਚਦੇ ਹੁੰਦੇ ਸੀ ਨਾ ਵੀ ਪਹਿਲਾਂ ਬਾਬੇ ਕਹਿੰਦੇ ਹੁੰਦੇ ਸੀਗੇ ਵੀ ਇੱਥੇ ਸੱਪ ਲੜਿਆ ਜੀ, ਹਾਂਜੀ। ਤੇ ਇਹ ਕਿਸੇ ਨੂੰ ਵਿਸ਼ਵਾਸ ਥੋੜ੍ਹਾ ਸੀਗਾ ਵੀ ਸੱਪ ਲੜਿਆ। ਜਦੋਂ ਸਾਹਮਣੇ ਆ ਗਈ ਸਾਰਾ ਨਕਸ਼ਾ ਤੇ ਉਸ ਵੇਲੇ ਸਾਰੇ ਜਿਹੜੇ ਧੰਨ ਕਰ ਉੱਠੇ। ਫਿਰ ਸਾਰੇ ਇੱਥੇ ਲੱਖਾਂ ਮੇਰੇ ਖਿਆਲ ਟਰਾਲੀਆਂ ਪਈਆਂ ਉੱਥੇ ਤੱਕ। ਉਹ ਤੋਂ ਥੱਲੇ ਇੰਨੀ ਹੋਰ ਹੋਣੀ ਹੈ ਥੱਲੇ ਜਿੱਥੇ ਥੱਲੇ ਸੀਗੀ, ਹਾਂਜੀ। ਅੱਛਾ ਭਾਈ, ਤੁਸੀਂ ਵੀ ਹੁਣ ਗੱਲ ਕਰ ਸੀ, ਤੁਹਾਡੇ ਵੀ ਸੱਪ ਲੜਿਆ ਸੀ, ਤੁਸੀਂ ਉਹਨੇ ਦੱਸਦੇ ਸੀ। ਤਾਂ ਜਿਵੇਂ ਬਾਬਾ ਜੀ ਨੇ ਸਾਰਾ ਇਤਿਹਾਸ ਦੱਸਿਆ ਵੀ ਗੁਰੂ ਜੀ ਦੇ ਘੋੜੇ ਦਾ ਪਿੰਜਰ ਮਿਲਿਆ ਉੱਥੋਂ ਜਾ ਕੇ 1984 ਦੇ ਵਿੱਚ। ਉਸ ਤੋਂ ਬਾਅਦ ਜਾ ਕੇ ਤੁਸੀਂ ਜਲ ਪ੍ਰਵਾਹ ਕਰਕੇ ਆਏ ਹੋ। ਤੁਹਾਡੇ ਨਾਲ ਵਾਕਿਆ ਹੋਇਆ ਸੀ ਕਿ ਤੁਸੀਂ ਇਸ ਚੀਜ਼ ਨੂੰ ਮਹਿਸੂਸ ਕੀਤਾ ਵੀ ਵਾਕਈ ਹੀ ਮੈਂ ਜਦੋਂ ਤੁਸੀਂ ਇਸ ਡੱਲੇ ਦੀ ਸਦਾ ਦੇ ਵਿੱਚ ਆ ਗਏ ਤਾਂ ਜ਼ਹਿਰ ਨਿਕਲ ਗਿਆ? ਬਿਲਕੁਲ ਜੀ। ਮੈਂ ਛੋਟਾ ਹੁੰਦਾ ਸੀ, ਮੇਰੇ ਫਾਦਰ ਸਾਹਿਬ ਨਾਲ ਜਿਸ ਤਰ੍ਹਾਂ ਖੇਤੀ ਦਾ ਕੰਮ ਕਰਨ ਵਾਸਤੇ ਲੈ ਜਾਂਦੇ ਸੀਗੇ। ਮੈਂ ਜਦੋਂ ਤੀਸਰੀ ਚੌਥੀ ਕਲਾਸ ਵਿੱਚ ਉਦੋਂ ਪੜ੍ਹਦਾ ਸੀਗਾ, ਉਹ ਖੇਤ ਦੇ ਵਿੱਚ ਕੰਮ ਕਰਦੇ ਵਿੱਚ ਤੇ ਮੈਂ ਸਾਈਡ ਦੇ ਉੱਤੇ ਬੈਠਾ ਹੋਇਆ ਸੀਗਾ। ਉੱਥੋਂ ਮੈਂ ਬੈਠਾ ਸੋ ਗਿਆ। ਅਚਾਨਕ ਮੇਰੇ ਹੱਥ ਦੇ ਉੱਤੇ ਕਿਸੇ ਨੇ ਕੁਝ ਮਾਰਿਆ। ਜਿਸ ਟਾਈਮ ਮੈਂ ਦੇਖਿਆ ਸੱਪ ਕਾਫੀ ਭਾਰਾ ਸੀ, ਮੇਰੇ ਲਾਗੇ ਦੌੜਿਆ, ਮੈਂ ਚੀਕਾਂ ਮਾਰੀਆਂ। ਮੇਰੇ ਫਾਦਰ ਸਾਹਿਬ ਮੇਰੇ ਵੱਲੋਂ ਦੌੜੇ ਆਏ ਨੇ। ਉਹਨਾਂ ਨੇ ਆ ਕਰਕੇ ਦੇਖਿਆ ਕੀ ਹੋਇਆ। ਮੈਂ ਕਿਹਾ ਮੇਰੇ ਇੱਥੇ ਹੱਥ ਦੇ ਕੁਝ ਹੋਇਆ। ਮੇਰੇ ਹਲਕਾ ਜਿਹਾ ਖੂਨ ਨਿਕਲਦਾ ਸੀਗਾ, ਛੇਕ ਸੀਗੇ ਹੱਥ ਦੇ ਉੱਤੇ ਤੇ ਮੇਰੇ ਹੱਥ ਸੁੰਨ ਹੁੰਦਾ ਜਾ ਰਿਹਾ ਸੀ। ਉਹਨਾਂ ਨੇ ਉਸੇ ਟਾਈਮ ਟਰੈਕਟਰ ਦੇ ਉੱਤੇ ਮੈਨੂੰ ਬਿਠਾਇਆ, ਹੋਰ ਕਿਸੇ ਪਾਸੇ ਨਹੀਂ ਲੈ ਕੇ ਗਏ। ਫਟਾਫਟ ਟਰੈਕਟਰ ਖੇਤਾਂ ਦੇ ਵਿੱਚ ਦੀ ਸਿੱਧਾ ਇਸ ਗੁਰਦੁਆਰੇ ਸਾਹਿਬ ਨੂੰ ਲੈ ਕੇ ਆ ਗਏ। ਤੇ ਮੈਂ ਰੋਂਦਾ ਪਿਆ ਸੀਗਾ, ਲੇਕਿਨ ਉਹ ਮੈਨੂੰ ਸਿੱਧਾ ਗੁਰਦੁਆਰਾ ਸਾਹਿਬ ਲੈ ਕੇ ਆਏ। ਜਿਸ ਤਰ੍ਹਾਂ ਹੀ ਮੈਂ ਗੁਰਦੁਆਰਾ ਸਾਹਿਬ ਦੇ ਕੋਲੇ ਲੈ ਕੇ ਆਉਂਦੇ ਆ ਤੇ ਮੇਰੇ ਜਿਹੜੀ ਸੁੰਨਪਨ ਜਿਹੜਾ ਸੀਗਾ ਉਹ ਦੂਰ ਹੋਣਾ ਸ਼ੁਰੂ ਹੋ ਗਿਆ ਸੀਗਾ। ਲੇਕਿਨ ਉਸ ਤੋਂ ਬਾਅਦ ਫਿਰ ਮੈਨੂੰ ਇੱਥੇ ਲੈ ਕੇ ਮੱਥਾ ਟਿਕਾਇਆ। ਮੱਥਾ ਟਿਕਾਉਣ ਤੋਂ ਬਾਅਦ ਦੇ ਵਿੱਚ ਲੇਕਿਨ ਉਹ ਇੰਨੀ ਜਗ੍ਹਾ ਦੇ ਵਿੱਚ ਮੇਰੇ ਕਾਫੀ ਦੇਰ ਤੱਕ ਸੁੰਨ ਰਹੀ ਜਿੱਥੇ ਕਿ ਉਹਨੇ ਡੰਗਿਆ ਹੋਇਆ ਸੀਗਾ, ਲੇਕਿਨ ਉੱਥੇ ਛਾਲਾ ਬਣ ਗਿਆ। ਉਹ ਛਾਲਾ ਬਣਿਆ ਹੌਲੀ 2-3 ਮਹੀਨੇ ਬਾਅਦ, 2 ਮਹੀਨੇ ਤੱਕ ਉਹ ਜ਼ਖਮ ਜਿਹੜਾ ਹਲਕਾ ਜਿਹਾ ਰਿਹਾ, ਲੇਕਿਨ ਉਹ ਉਤਰ ਗਿਆ। ਉਹਦੀ ਜ਼ਹਿਰ ਗਾਂ ਨਹੀਂ ਗਈ, ਜ਼ਹਿਰ ਉੱਥੇ ਦੀ ਉੱਥੇ ਅਟਕ ਗਈ। ਮੇਰੇ ਨਾਲ ਖੁਦ ਨਾਲ ਇਹ ਵਾਪਰੀ ਹੋਈ ਚੀਜ਼ ਹੈ। ਅੱਛਾ, ਜਿਵੇਂ ਬਾਬਾ ਜੀ ਨੇ ਸਾਰੀ ਇਤਿਹਾਸ ਦੀ ਗੱਲ ਕੀਤੀ, ਅੱਛਾ ਸਿਰਫ ਇਹ ਚੀਜ਼ ਇਨਸਾਨਾਂ ਤੇ ਹੀ ਲਾਗੂ ਹੁੰਦੀ ਹੈ? ਜਿਵੇਂ ਘੋੜੇ ਨੂੰ ਸੱਪ ਨੇ ਡੰਗਿਆ, ਸ਼੍ਰੀ ਗੁਰੂ ਹਰਗੋਬਿੰਦ ਸਿੰਘ ਦੀ ਗੱਲ ਕਰਦੇ, ਉਹਨਾਂ ਦੀ ਘੋੜਾ ਹੈਗਾ ਸੀ, ਉਹਨਾਂ ਦਾ ਘੋੜਾ ਤਾਂ ਉੱਥੇ ਹੀ ਔਨ ਦੀ ਸਪੋਟ ਹੀ ਸ਼ਹੀਦ ਹੋ ਜਾਂਦਾ। ਕੀ ਹੁਣ ਇਹ ਬਾਬਾ ਜੀ ਨੇ ਮੱਝ ਦੀ ਵੀ ਗੱਲ ਕੀਤੀ ਹੈ ਕਿ ਵਾਕਈ ਹੀ ਇਨਸਾਨਾਂ ਨੂੰ ਛੱਡ ਕੇ ਜਾਨਵਰਾਂ ਦਾ ਵੀ ਹੁੰਦਾ? ਜੇ ਕਿਸੇ ਜਾਨਵਰ ਨੂੰ ਸੱਪ ਲੜ ਜਾਂਦਾ ਕਿ ਉਹ ਪਿੰਡ ਦੀ ਸੱਥ ਦੇ ਵਿੱਚ ਆ ਜਾਂਦਾ, ਉਹ ਵੀ ਬਚ ਜਾਊਗਾ? ਜੀ ਬਿਲਕੁਲ। ਇਸ ਤਰ੍ਹਾਂ ਹੀ ਪਹਿਲਾਂ ਅਸੀਂ ਸਾਰੇ ਇਹਨੂੰ ਇਨਸਾਨਾਂ ਦੇ ਨਾਲ ਜੋੜ ਕੇ ਹੀ ਆਪਾਂ ਦੇਖਦੇ ਸੀਗੇ, ਲੇਕਿਨ ਜਦੋਂ ਇਹ ਵਾਕਿਆ ਸਾਡੇ ਸਾਹਮਣੇ ਆਇਆ ਵੀ ਉਸ ਦਿਨ ਟਰਾਲੀ ਦੇ ਵਿੱਚ ਪਾ ਕੇ ਲੈ ਕੇ ਆਏ ਨੇ ਉਸ ਜਾਨਵਰ ਨੂੰ, ਮੱਝ ਨੂੰ ਲੈ ਕੇ ਆਏ ਨੇ, ਤੇ ਸਾਡਾ ਵੀ ਉਸ ਦਿਨ ਤਾਂ ਵਿਸ਼ਵਾਸ ਬਿਲਕੁਲ ਹੋਰ ਪੁਖਤਾ ਹੋ ਗਿਆ ਵੀ ਜਿਸ ਤਰ੍ਹਾਂ ਸਾਡੇ ਦੇਖਦੇ ਅਰਦਾਸ ਕਰਨ ਤੋਂ ਬਾਅਦ ਬਿਲਕੁਲ ਉਹ 9/9 ਹੋ ਕੇ ਚਲੀ ਜਾਂਦੀ ਹੈ ਮੱਝ। ਟਰਾਲੀ ਨੂੰ ਮੱਝ ਦੇ ਉਹਨੂੰ ਵਿੱਚ ਪਾ ਕੇ ਲੈ ਕੇ ਟਰਾਲੀ ਦੇ ਵਿੱਚ ਉਹ ਆਪਣੇ ਪੈਰਾਂ ਤੇ ਚੱਲ ਕੇ ਜਾਂਦੀ ਹੈ। ਬਿਲਕੁਲ ਉਸੇ ਤਰ੍ਹਾਂ ਉਹ ਤਾਂ ਪ੍ਰਮਾਣ ਬਿਲਕੁਲ ਸਾਹਮਣੇ ਹੀ ਆ ਗਿਆ ਜੀ। ਉਸ ਤਾਂ ਫਿਰ ਦੋ ਰਾਏ ਦੇਣ ਦੀ ਕੋਈ ਜ਼ਰੂਰਤ ਹੀ ਨਹੀਂ ਰਹਿ ਜਾਂਦੀ। ਅੱਛਾ ਬਾਬਾ ਜੀ, ਪਹਿਲਾਂ ਮੰਨਦੇ ਸੀ ਲੋਕੀ ਇਸ ਚੀਜ਼ ਨੂੰ ਕਿ ਨਹੀਂ ਮੰਨਦੇ ਸੀ? ਤੁਸੀਂ ਤਾਂ ਪਾਕਿਸਤਾਨ ਦੇ ਸਮੇਂ ਦੇ ਇੱਥੇ ਆਏ ਹੋ, ਪਹਿਲਾਂ ਵੀ ਮੰਨਦੇ ਹੁੰਦੇ ਸੀ ਸ਼ੁਰੂਆਤ 'ਚ? ਪਹਿਲਾਂ ਮੰਨਦੇ ਸੀ। ਪਹਿਲਾਂ ਆਉਂਦੇ ਸੀਗੇ ਲੋਕੀ ਇੱਥੇ ਬੇਰੀ ਦੇ ਉੱਤੇ ਦੀਵਾ ਜਗਦਾ ਸੀ, ਦੀਵਾ ਜਗਾਉਂਦੇ ਸੀਗੇ। ਤੇ ਪਹਿਲਾਂ ਸਾਰੇ ਲੋਕੀ ਇੱਥੇ ਕਿਲਾ ਕੋਈ ਵੀ ਫੰਕਸ਼ਨ ਕਰਦਾ ਤੇ ਉਸ ਵੇਲੇ ਜਿਹੜਾ ਬਰਾਤ ਚੜ੍ਹੀ ਹੈ ਸਾਡੀ ਇੱਥੇ ਲੈ ਕੇ ਆਏ ਆ। ਤੇ ਉਹਦੇ ਤੇ ਵਿਸ਼ਵਾਸ ਤਾਂ ਇਹ ਤੇ ਪਹਿਲਾਂ ਹੀ ਸੀਗਾ ਲੋਕਾਂ ਦਾ। ਇਹ ਨਾ ਪਤਾ ਨਹੀਂ ਸੀਗਾ ਵੀ ਇੰਨਾ ਜ਼ਰੂਰ ਪਤਾ ਸੀ ਵੀ ਘੋੜਾ ਸਾਹਿਬ ਸ਼ਹੀਦ ਹੋਇਆ, ਗਾਂ ਦਾ ਚੈਪਟਰ ਨਹੀਂ ਸੀ ਪਤਾ। ਉਹ ਤਾਂ ਜਦੋਂ ਆਪਣੀ ਅੱਖੀਂ ਫਿਰ ਦੇਖਿਆ ਫਿਰ ਸਾਰਾ ਕਲੀਅਰ ਆ ਨਾ। ਸਾਡੇ ਬਜ਼ੁਰਗਾਂ ਦੇ ਵੀ ਦੋਨਾਂ ਪੈਰਾਂ ਦੇ ਉੱਤੇ ਸੱਪ ਲੜ ਗਿਆ ਸੀਗਾ। ਸ਼ੂਗਰ ਮਿਲ ਦੇ ਵਿੱਚ ਕੰਮ ਕਰਦੇ ਹੁੰਦੇ ਸੀਗੇ। ਇੱਥੋਂ ਨਹਾਉਣ ਗਏ ਤਾਜ ਦੀ ਮੋਟਰ ਤੇ, ਉੱਥੇ ਘਾਹ ਦੇ ਵਿੱਚੋਂ ਸੱਪ ਲੜਿਆ ਉਹਨਾਂ ਦੇ। ਸੱਪ ਮਾਰਿਆ ਨਹੀਂ ਫਿਰ, ਆਪ ਖੁਦ ਆਪਣੇ ਹੱਥੀਂ। ਜਦੋਂ ਫਿਰ ਉਹ ਸ਼ੂਗਰ ਦੇ ਮਿਲ ਦੇ ਡਿਊਟੀ ਤੇ ਗਏ ਆ, ਉਸ ਟਾਈਮ ਦੇ ਤੇ 10 ਕੁ ਦਾ ਟਾਈਮ ਹੋ ਗਿਆ ਸੀਗਾ। ਇਹ ਲੜਿਆ ਸੀ ਤਕਰੀਬਨ 5 ਸਾਢੇ 5 ਡੇਢ ਗੇੜ ਦਾ।
ਉੱਥੇ ਵੀ ਇੱਕ ਡਿਸਪੈਂਸਰੀ ਸੀਗੀ ਕਿ ਉਹਨਾਂ ਦੇ ਵਰਕਰ ਸੀਗੇ। ਉਹਨਾਂ ਨੇ ਕਿਹਾ ਵੀ ਇਦਾਂ ਨਹੀਂ, ਅਸੀਂ ਵੀ ਤੁਹਾਨੂੰ ਜਲੰਧਰ ਲੈ ਕੇ ਜਾਣਾ। ਜਲੰਧਰ ਜਦੋਂ ਲੈ ਕੇ ਗਏ ਆ ਤਾਂ ਉਹਨਾਂ ਨੂੰ ਸਾਰੀ ਕਹਾਣੀ ਦੱਸੀ। ਉਹਨੇ ਫਿਰ ਚੈੱਕ ਚੁੱਕ ਕੀਤਾ, ਕਹਿੰਦੇ ਵੀ ਤੁਹਾਡੇ ਸਰੀਰ ਦੇ ਵਿੱਚ ਜ਼ਹਿਰ ਦਾ ਕੋਈ ਅਸਰ ਨਹੀਂ ਦੀਦਾ, ਫਿਰ ਡੱਡੂ ਵਗੈਰਾ ਹੋਣਾ, ਤੁਹਾਨੂੰ ਐਂ ਵਹਿਮ ਪਿਆ ਹੋਣਾ। ਇਹ ਕਹਿੰਦੇ ਨਹੀਂ, ਅਸੀਂ ਆਪਣੇ ਹੱਥੀਂ ਸੱਪ ਨੂੰ ਮਾਰ ਗਏ, ਕਿੱਦਾਂ ਮੰਨ ਲਈ ਡੱਡੂ ਸੀਗਾ। ਫਿਰ ਉੱਦਾਂ ਕਹਿੰਦੇ ਵੀ ਅਸੀਂ ਇੰਜੈਕਸ਼ਨ ਨਹੀਂ ਦੇ ਸਕਦੇ, ਤੇ ਥੋੜ੍ਹੀ ਬਹੁਤ ਦਵਾਈ ਅਸੀਂ ਦੇ ਦਿੰਦੇ ਹਾਂ। ਉੱਦਾਂ ਦੱਸਦੇ ਸੀ ਮੈਨੂੰ ਸੁਸਤੀ ਜਿਹੀ ਮਤਲਬ ਪਈ ਰਹੀ 1-2 ਦਿਨ, ਪਰ ਉੱਦਾਂ ਬਚਾ ਰਿਹਾ। ਦੋਨਾਂ ਪੈਰਾਂ ਤੇ ਲੜਿਆ ਸੀ ਇੱਥੇ ਗਿੱਟਿਆਂ ਤੇ। ਤੁਹਾਡੇ ਖੁਦ ਲੜੇ? ਬਜ਼ੁਰਗਾਂ ਦੇ ਸਾਡੇ। ਤੁਹਾਡੇ ਬਜ਼ੁਰਗ? ਹਾਂਜੀ ਹਾਂਜੀ। ਹੁਣ ਜਿਵੇਂ ਤੁਸੀਂ ਦੱਸਦੇ ਹੋ ਸਾਰੀ ਇਹ ਇਤਿਹਾਸ ਦੱਸਦੇ ਹੋ ਕਿ ਵਾਕਈ ਜੇ ਕੋਈ ਪਿੰਡ ਦਾ ਵਾਸੀ ਹੈ, ਜਿਵੇਂ ਤੁਸੀਂ ਹੁਣ ਜ਼ਿਕਰ ਕਰ ਰਹੇ ਸੀ, ਤੇ ਸਰਹੱਦ ਕਿਵੇਂ ਮਿੱਥੀ ਗਈ ਹੈ ਪਿੰਡ ਦੀ ਜੂਹ ਕਿਹੜੀ ਹੈ ਜਿਹੜੀ ਸਰਕਾਰਾਂ ਨੇ ਹੁਣ ਤੈਅ ਕੀਤੀ ਉਹ ਵਾਲੀ, ਕਿ ਜਿਹੜੀ ਗੁਰੂ ਸਾਹਿਬ ਨੇ ਤੈਅ ਕੀਤੀ ਸੀ ਉਹ ਵਾਲੀ? ਉਸ ਟਾਈਮ ਤੇ ਜਿਹੜੀ ਹੋਊਗੀ ਜੀ, ਗੁਰੂ ਸਾਹਿਬ ਨੇ ਕਿਹੜਾ ਵਿਚਾਰੇ ਨੇ ਖੁਦ ਨਾਪੀ, ਉਹ ਜੋ ਪਰੰਪਰਾ ਪਿੱਛੋਂ ਚੱਲਦੀ ਆ। ਹਰੇਕ ਪਿੰਡ ਦੀ ਕੋਈ ਨਾ ਕੋਈ ਜੂਹ ਤਾਂ ਹੁੰਦੀ ਆ, ਚਾਹੇ ਕਿਸੇ ਵੀ ਸਰਕਾਰ ਦਾ ਰਾਜ ਹੋਵੇ, ਚਾਹੇ ਮੁਗਲਾਂ ਦਾ ਹੋਵੇ ਜਾਂ ਹੋਰ ਨਾ ਕਿਸੇ ਨਾਲ ਹੋਵੇ। ਮੁਰੱਬੇਬੰਦੀਆਂ ਠੀਕ ਹੈ ਬਾਅਦ ਚ ਹੋਈਆਂ ਹੋਣਗੀਆਂ, ਪਰ ਉਸ ਟਾਈਮ ਦੇ ਉੱਤੇ ਹਰੇਕ ਪਿੰਡ ਦੀ ਹੱਦਬੰਦੀ ਹੁੰਦੀ ਹੋਊਗੀ ਨਾ। ਗੁਰੂ ਸਾਹਿਬ ਨੇ ਹੱਦਬੰਦੀ ਦੇ ਹਿਸਾਬ ਨਾਲ ਜੂਹ ਦਾ ਜਿਹੜਾ ਲਫ਼ਜ਼ ਵਰਤਿਆ ਨਾ। ਹਾਂਜੀ। ਹੁਣ ਉਹਦਾ ਜੋ ਤੁਸੀਂ ਕੀਤਾ ਵੀ ਪਿੰਜਰ ਨਿਕਲੇ ਘੋੜੇ ਦੇ, ਫਿਰ ਉਸ ਚੀਜ਼ ਦਾ ਕੀਤਾ ਕਿ ਉਹਨਾਂ ਦਾ ਸਮਾਨ ਪਿੰਜਰ ਕਿੱਥੇ ਹੈ ਜਾਂ ਕਾਠੀ ਹੈ, ਉਹ ਸਾਰਾ ਸਮਾਨ ਕਿੱਥੇ ਹੈ? ਉਹ ਫਿਰ ਜਦੋਂ ਬਾਬਾ ਜੀ ਨੂੰ ਅਸੀਂ ਬੇਨਤੀ ਕੀਤੀ ਨਾ, ਇਹਨਾਂ ਨੇ ਫਿਰ ਜਦੋਂ ਨੀਆਂ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਨੀਆਂ ਦੀ ਖੁਦਾਈ ਕਰਨੀ ਸੀ ਨਾ, ਉਹ ਨੀਆਂ ਬਹੁਤ ਜ਼ਿਆਦਾ ਚੌੜੀਆਂ ਬਣਨੀਆਂ ਸੀਗੀਆਂ। ਤਾਂ ਉਸ ਟਾਈਮ ਦੇ ਉੱਤੇ ਜੋ ਅਸੀਂ ਆਪਣੇ ਅੱਖੀਂ ਦੇਖਿਆ, ਬਾਬਾ ਜੀ ਦੇ ਮਿਸਤਰੀ ਲੱਗੇ ਹੋ ਸੀਗੇ, ਜਿੰਨਾ ਕੁ ਤਾਂ ਅਸੀਂ ਟੋਆ ਪੱਟਿਆ ਸਾਨੂੰ ਤਾਂ ਉਨੇ ਕੁ ਦਾ ਪਤਾ ਸੀ ਨਾ ਪਹਿਲਾਂ। ਜਦੋਂ ਫਿਰ ਬਾਅਦ ਦੇ ਵਿੱਚ ਉਹਦੀ ਪੂਰੀ ਖੁਦਾਈ ਕੀਤੀ ਨਾ, ਬਾਬਾ ਜੀ ਕਹਿੰਦੇ ਵੀ ਇਹਨੂੰ ਸੰਭਾਲ ਕੇ ਤੁਸੀਂ ਹੌਲੀ ਹੌਲੀ ਪੱਟਿਓ। ਜਦੋਂ ਉਹਦੀ ਪੂਰੀ ਖੁਦਾਈ ਕੀਤੀ ਨਾ, ਤੇ ਉਹਨੂੰ ਮਿਸਤਰੀ ਨੂੰ ਕਹਿਣ ਲੱਗੇ ਵੀ ਜੀਸਿਆਂ ਇਹਨੂੰ ਮਿਣ ਕੇ ਦੇਖ ਬਈ ਇਹਦੀ ਪੂਰੇ ਕਰੰਗ ਦੀ ਲੰਬਾਈ ਕਿੰਨੀ ਬਣਦੀ ਹੈ। ਉਸ ਟਾਈਮ ਤੇ ਅਸੀਂ ਇੱਥੇ ਖੁਦ ਹਾਜ਼ਰ ਸੀ, 11 ਫੁੱਟ ਲੰਬਾਈ ਉਸ ਕਰੰਗ ਦੀ ਬਣੀ ਸੀ। ਐਡਾ ਤੋਂ ਉਹਦਾ ਘੋੜਾ ਸਾਹਿਬ ਦਾ ਸਿਰ ਸੀਗਾ। ਉਹ ਫਿਰ ਗੁਰੂ ਬਾਬਾ ਜੀ ਨੇ ਫਿਰ ਉਹ ਜਿਹੜੀਆਂ ਅਸਥੀਆਂ ਸੀ ਨਾ, ਟੋਕਰਿਆਂ 'ਚ ਪਾ ਕੇ ਇੱਥੇ ਰੱਖ ਦਿੱਤੀਆਂ ਸੰਗਤ ਦੇ ਦਰਸ਼ਨਾਂ ਵਾਸਤੇ। ਹਾਂਜੀ, ਟੋਕਰੇ ਭਰ ਕੇ ਨਾ ਜਦੋਂ ਰੱਖ ਦਿੱਤੀਆਂ, ਤਾਂ ਫਿਰ ਉਹ ਤੁਹਾਨੂੰ ਪਤਾ ਹੀ ਆ ਪਬਲਿਕ ਦਾ, ਵੀ ਉਹ ਹੱਡੀਆਂ ਨੂੰ ਹੀ ਲਿਜਾਣਾ ਸ਼ੁਰੂ ਕਰਤਾ ਲੋਕਾਂ ਨੇ ਆਪਣੇ ਘਰਾਂ ਨੂੰ। ਕਿਸੇ ਨੇ ਕੋਈ ਬੱਚੇ ਦੇ ਗਲ 'ਚ ਪਾਉਣੀ ਹੁੰਦੀ, ਕਿਸੇ ਨੇ ਕੁਛ ਕਰਨੀ। ਬਾਬਾ ਜੀ ਆਏ, ਕਹਿੰਦੇ ਵੀ ਤਾਂ ਫਿਰ ਇਹਦੀ ਬੇਅਦਬੀ ਹੋ ਰਹੀ ਆ, ਵੀ ਇਹਨੂੰ ਅਸੀਂ ਜਿੱਦਾਂ ਕੀਰਤਪੁਰ ਸਾਹਿਬ ਸਾਡੇ ਸਿੱਖਾਂ ਦੇ ਵਿੱਚ ਹੈਗਾ ਅਸਥਾਨ, ਤੇ ਉੱਥੇ ਲਿਜਾ ਕੇ ਜਲ ਪ੍ਰਵਾਹ ਕਰ ਦਈਏ। ਉਹਨੇ ਫਿਰ ਕਿਸੇ ਜਥੇਦਾਰ ਦੀ ਡਿਊਟੀ ਲਾਈ, ਉਹ ਸਾਰਾ ਜੋ ਜਿੰਨਾ ਵੀ ਸੀਗਾ ਸਮਾਨ ਸਾਰਾ ਜਾ ਕੇ ਉਹ ਕੀਰਤਪੁਰ ਸਾਹਿਬ ਜਲ ਪ੍ਰਵਾਹ ਕਰਤਾ। ਤੇ ਅਸੀਂ ਕਿਹਾ ਬਾਬਾ ਜੀ ਵੀ ਫਿਰ ਲੋਕੀ ਸਾਨੂੰ ਪੁੱਛਿਆ ਕਰਨਗੇ ਵੀ ਉਹਦੀ ਨਿਸ਼ਾਨੀਆਂ। ਕਹਿੰਦੇ ਆਹ ਜਿਹੜਾ 6 ਮੰਜ਼ਲੀ ਬਿਲਡਿੰਗ ਬਣੀ ਉਹਦੀ ਨਿਸ਼ਾਨੀ ਆ, ਬਸ ਸਮਝ ਲਓ। ਉਹ ਜਲ ਪ੍ਰਵਾਹ ਕਰਕੇ ਫਿਰ ਬਿਲਡਿੰਗ ਬਣਾ ਦਿੱਤੀ ਗਈ? ਹਾਂਜੀ ਹਾਂਜੀ। ਫਿਰ ਬਿਲਡਿੰਗ ਹਾਂਜੀ, ਬੇਰੀ ਉੱਦਾਂ ਹੀ ਰੱਖੀ ਆ, ਜਿੱਦਾਂ ਬੇਰੀ ਦੇ ਨਾਲ ਤਾਂ ਬਣਾਈ ਨਾ ਬਿਲਡਿੰਗ ਸਾਰੀ, ਤੇ ਉਹ ਬੇਰੀ ਦੇ ਨਾਲ ਜਿਹੜੀ ਜਗ੍ਹਾ ਨਿਕਲੀ ਸੀ ਥੱਲੇ, ਉਹ ਉੱਦਾਂ ਹੀ ਸੀਗੀ। ਉੱਦਾਂ 'ਚ ਕਰੋ ਕਾਫੀ ਵੱਡਾ ਟੋਆ ਸੀਗਾ, ਜਿਹਦੇ ਵਿੱਚ ਉਹ ਸਾਰਾ ਸਮਾਨ ਉਹ ਸਾਂਭਦੇ ਸੀਗੇ। ਇੱਦਾਂ ਆਪਣੇ ਪਾਈ ਸੀਗੀ ਉਹਨਾਂ ਦੇ ਲਕੀਰ ਜਿਹੀ ਸੀਗੀ, ਉਹ ਸਾਰੇ ਦਾ ਸਾਰਾ ਸਮਾਨ ਘੋੜੇ ਦਾ ਜਿੰਨਾ ਸੀਗਾ ਨਾ, ਤੇ ਉਹ ਸਾਹਮਣੇ ਦਿਖਾਈ ਦਿੰਦਾ ਸੀਗਾ ਵੀ ਬਿਲਕੁਲ ਘੋੜਾ ਆ। ਜਿਹੜੀ ਕਾਠੀ ਸੀ, ਕਾਠੀ ਦੇਖਣ ਵਾਲੀ ਸੀ, ਕਾਠੀ 'ਚ ਬਿਲਕੁਲ ਉਹ ਪੁਰਾਣੇ ਜ਼ਮਾਨੇ ਦੀ ਜਿਹੜੇ ਉੱਦਾਂ ਬਣਾਉਂਦੇ, ਕੁੱਟ ਕੇ ਬਣਾਉਂਦੇ ਹੋਣਗੇ, ਇੱਦਾਂ ਥੋੜ੍ਹਾ ਸੀਗਾ ਲੋਹਾ ਉਦੋਂ। ਅੱਛਾ, ਤੁਸੀਂ ਨੌਜਵਾਨ ਹੋ, ਮੇਰਾ ਇੱਕ ਸਵਾਲ ਹੈ ਕਿ ਅੱਜ ਸਾਇੰਸ ਦਾ ਯੁੱਗ ਹੈ, ਜਿਵੇਂ ਹੁਣ ਬਾਪੂ ਜੀ ਨੇ ਗੱਲ ਦੱਸੀ, ਤੁਹਾਡਾ ਵੀ ਤਜਰਬਾ ਰਿਹਾ, ਬਾਪੂ ਜੀ ਦਾ ਵੀ ਤਜਰਬਾ ਰਿਹਾ, ਇਹ ਵੀ ਗੱਲ ਦੱਸਦੇ ਪਏ ਨੇ ਬਾਪੂ ਜੀ ਵੀ ਅਸੀਂ ਆਪਣੀ ਅੱਖੀਂ ਦੇਖਿਆ ਸਾਰਾ। ਹੋਰ ਨਾ ਕੋਈ ਨੌਜਵਾਨ ਇੱਥੇ ਆਉਂਦਾ, ਕੋਈ ਕਿਸੇ ਮਨ 'ਚ ਸਵਾਲ ਵੀ ਹੋ ਜਾਂਦਾ, ਸਵਾਲ ਕਰਦੇ ਤੁਹਾਨੂੰ ਆ ਕੇ ਵੀ ਐਵੇਂ ਨਹੀਂ ਹੋ ਸਕਦਾ, ਸਾਇੰਸ ਦਾ ਯੁੱਗ ਹੈ, ਅਸੀਂ ਨਹੀਂ ਚੀਜ਼ਾਂ ਮੰਨਦੇ? ਜੀ, ਸਵਾਲ ਕਰਨ ਵਾਲਾ ਤਾਂ ਕੋਈ ਕਿਸੇ ਵੀ ਤਰੀਕੇ ਦਾ ਕਰ ਸਕਦਾ, ਪਰ ਇੱਕ ਚੀਜ਼ ਇਹਦੇ ਵਿੱਚ ਜ਼ਰੂਰ ਹੈਗੀ ਆ ਜੀ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਅਖੀਰਲਾ ਧਰਮ ਇਸ ਦੁਨੀਆ ਦੇ ਅੰਦਰ ਅਗਰ ਸਿੱਖ ਧਰਮ ਨੂੰ ਮੰਨਿਆ ਗਿਆ, ਉਸ ਧਰਮ ਦੇ ਅੰਦਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹਰ ਇੱਕ ਚੀਜ਼ ਦੀ ਬਾਣੀ ਦਾ ਜੋ ਕੀ ਹੈ ਜ਼ਿਕਰ ਆਉਂਦਾ, ਹਰ ਇੱਕ ਗੱਲ ਦਾ ਜਵਾਬ ਜਿਹੜਾ ਪੁਖਤਾ ਜਵਾਬ ਸਾਹਮਣੇ ਆਉਂਦਾ ਜਾਂਦਾ। ਸਵਾਲ ਕਰਨ ਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਕੋਈ ਇੱਥੇ ਤੁਹਾਨੂੰ ਸਵਾਲ ਕਰੇਗਾ ਵੀ ਤੁਸੀਂ ਇਸ ਇਤਿਹਾਸ ਦੇ ਅਕੋਰਡਿੰਗ, ਕਿਉਂਕਿ ਇਤਿਹਾਸ ਬਹੁਤ ਪੁਰਾਣਾ ਚੱਲਦਾ ਆ ਰਿਹਾ। ਜਿੰਨੇ ਵੀ ਨੌਜਵਾਨ ਸਾਡੇ ਪਿੰਡ ਦੇ ਹੈਗੇ ਆ ਜਾਂ ਬਾਹਰਲੇ ਵੀ ਹੈਗੇ ਆ, ਤਕਰੀਬਨ ਇਸ ਇਤਿਹਾਸ ਤੋਂ ਵਾਕਿਫ ਨੇ। ਜਾਂ ਤਾਂ ਹੋਵੇ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੋਵੇ ਵੀ ਕਿਸੇ ਦੇ ਸੱਪ ਲੜਿਆ ਔਰ ਉਹਦੀ ਜ਼ਹਿਰ ਨਾ ਉਤਰੀ ਹੋਵੇ, ਫਿਰ ਤਾਂ ਅਗਲਾ ਸਵਾਲ ਕਰੇ ਵੀ ਹਾਂ ਬਈ ਹੁਣ ਦੱਸ, ਪਰ ਉਹਨੂੰ ਸਵਾਲ ਕਰਨ ਦਾ ਮੌਕਾ ਹੀ ਨਹੀਂ ਦਿੰਦੇ ਮਹਾਰਾਜ। ਅਸੀਂ ਕੀ ਕਰੀਏ? ਅਸੀਂ ਵੀ ਪੜ੍ਹੇ ਹਾਂ, ਸਾਨੂੰ ਵੀ ਸਾਇੰਸ ਬਾਰੇ ਨੌਲੇਜ ਹੈ, ਪਰ ਸਾਇੰਸ ਇੱਥੇ ਆ ਕੇ ਮਹਾਰਾਜ ਦੇ ਅੱਗੇ ਹਾਰ ਜਾਂਦੀ ਆ। ਜਿੰਨੇ ਵੀ ਇਸ ਦੁਨੀਆ ਦੇ ਉੱਤੇ ਧਰਮ ਪੈਦਾ ਹੋਏ ਆ, ਮੈਂ ਇਸ 'ਤੇ ਇੱਕ ਗੱਲ ਕਹਿਣਾ, ਹਰ ਇੱਕ ਧਰਮ ਨੇ ਇੱਕ ਗੱਲ ਕਹੀ ਆ ਵੀ ਮੇਰੇ ਤੋਂ ਉੱਪਰ ਇੱਕ ਅਕਾਲ ਪੁਰਖ ਹੈਗਾ, ਤੇ ਉਸ ਅਕਾਲ ਪੁਰਖ ਦੇ ਅੱਗੇ ਤਾਂ ਫਿਰ ਸਾਇੰਸ ਕੀ ਚੀਜ਼ ਹੈ?
ਜੇ ਆਸ-ਪਾਸ ਦੇ ਪਿੰਡਾਂ ਵਾਲੇ ਜਿਵੇਂ ਤੁਸੀਂ ਕਹਿੰਦੇ ਵੀ ਆਉਂਦੇ ਨੇ, ਹੁਣ ਕਿੰਨੇ ਕੁ ਇੱਥੇ ਆਸ-ਪਾਸ ਦੇ ਪਿੰਡਾਂ ਨੂੰ ਹੁਣ ਸ਼ਾਇਦ ਮੀਡੀਆ ਅੱਗੇ ਵੀ ਤੁਸੀਂ ਗੱਲ ਲੈ ਕੇ ਗਏ ਹੋਵੋਗੇ, ਕਈਆਂ ਨੂੰ ਪਤਾ ਇਸ ਚੀਜ਼ ਬਾਰੇ, ਕਈਆਂ ਨੂੰ ਨਹੀਂ ਪਤਾ, ਕੋਸ਼ਿਸ਼ ਕਰਦੇ ਆ ਵੀ ਦੂਜਿਆਂ ਤੱਕ ਵੀ ਇਤਿਹਾਸ ਜਾਵੇ, ਤਾਂ ਕਿੰਨੇ ਆਸ-ਪਾਸ ਦੇ ਪਿੰਡਾਂ ਨੂੰ ਪਤਾ ਜਾਂ ਕਿੰਨੇ ਕੁ ਪਿੰਡ ਵਾਲੇ ਇੱਥੇ ਆ ਜਾਂਦੇ ਨੇ ਜੇ ਕਿਤੇ ਸੱਪ ਲੜਦਾ ਤਾਂ? ਤੁਸੀਂ ਇੱਥੋਂ ਅੰਦਾਜ਼ਾ ਲਗਾ ਲਓ ਕਿ ਸਾਡੇ ਆਲੇ ਦੁਆਲੇ ਜਦੋਂ ਅਸੀਂ ਨਗਰ ਕੀਰਤਨ ਕੱਢੀਦਾ, ਆ 5 ਤਰੀਕ ਨੂੰ ਅਸੀਂ ਨਗਰ ਕੀਰਤਨ ਕੱਢੀਦਾ, ਕੋਵਿਡ-19 ਕਰਕੇ ਅਸੀਂ ਨਹੀਂ ਕੱਢ ਪਾ ਰਹੇ। ਹੋ ਸਕਦਾ ਹੈ ਕੋਵਿਡ-19 ਨਾ ਹੁੰਦਾ ਤੇ ਅੱਜ ਦੇ ਦਿਨ ਤੁਸੀਂ ਸਾਡੇ ਕੋਲੇ ਆਉਂਦੇ ਤੇ ਇੱਥੋਂ ਦੀਆਂ ਰੌਣਕਾਂ ਬਹਾਰਾਂ ਤੁਸੀਂ ਦੇਖਦੇ। ਸਾਡੇ ਆਲੇ ਦੁਆਲੇ ਦੇ ਅਸੀਂ 15 ਪਿੰਡਾਂ ਤੱਕ ਦੇ ਵਿੱਚ ਸਾਡਾ ਨਗਰ ਕੀਰਤਨ ਕਵਰ ਕਰਦਾ ਸ਼ਾਮ ਤੱਕ, ਤੇ ਇੱਕ ਰੂਟ ਨੂੰ ਅਸੀਂ 4-4 ਵਾਰੀ ਡਿਬੇਟ ਕਰੀਦਾ। ਇੱਕ ਪਿੰਡ ਨੂੰ ਇੱਕ ਵਾਰੀ ਸਾਈਡ ਤੇ ਚਲੋ ਮੁੜ ਕੇ ਦੂਸਰੇ ਪਿੰਡ ਨੂੰ ਚਲੇ ਗਏ। ਅਸੀਂ 15-15 ਪਿੰਡਾਂ ਨੂੰ ਕਵਰ ਕਰਕੇ 2 ਸ਼ਹਿਰਾਂ ਨੂੰ ਵੀ ਨਾਲ ਕਵਰ ਕਰੀਦਾ। ਇੱਥੋਂ ਤੱਕ ਤੇ ਸਾਡਾ ਨਗਰ ਕੀਰਤਨ ਨਿਕਲਦਾ, ਤੇ ਬਾਕੀ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਵੀ ਅਗਰ ਸਾਡਾ 16-17 ਪਿੰਡਾਂ ਦੇ ਵਿੱਚ ਐਡਾ ਵੱਡਾ ਨਗਰ ਕੀਰਤਨ ਜਲਸਾ ਨਿਕਲਦਾ ਤੇ ਸਾਡਾ ਇਤਿਹਾਸ ਕਿੱਥੋਂ ਤੱਕ ਆਲੇ ਦੁਆਲੇ ਦੇ ਪਿੰਡਾਂ ਨੂੰ ਵਾਕਿਫ ਹੋਏਗਾ। ਤੇ ਸਾਡੀ ਗੱਲਬਾਤ ਸੁਣੀ ਹੈ ਪਿੰਡ ਡੱਲਾ, ਡਿਸਟ੍ਰਿਕਟ ਜਲੰਧਰ, ਪਠਾਨਕੋਟ, ਤੇ ਜਲੰਧਰ ਤੁਸੀਂ ਜਾਓਗੇ, ਜਲੰਧਰ ਤੋਂ ਪਠਾਨਕੋਟ ਹਾਈਵੇ ਦੇ ਉੱਤੇ ਇਹ ਮੌਜੂਦ ਹੈ। ਇਤਿਹਾਸ ਦੀ ਜਦੋਂ ਵੀ ਗੱਲ ਆਉਂਦੀ ਹੈ, ਪ੍ਰਣਾਮ ਵੀ ਹੈ। ਤੁਸੀਂ ਸਾਡੀ ਸਕਰੀਨ ਉੱਤੇ ਜੋ ਫੋਟੋ ਦੇਖ ਰਹੇ ਹੋ ਇਸ ਸਮੇਂ, ਇਹ ਉਹੀ ਕੰਕਾਲ ਨੇ ਜੋ ਸ਼੍ਰੀ ਗੁਰੂ ਹਰਗੋਬਿੰਦ ਘੋੜੇ ਦੇ ਨੇ, ਜੋ 1984 ਵਿੱਚ ਖੁਦਾਈ ਕੀਤੀ ਗਈ ਤੇ ਕੰਕਾਲ ਜੋ ਨੇ ਉਹ ਮਿਲੇ ਸੀ। ਫਿਰ ਲੋਕੀ ਕੰਕਾਲ ਨੂੰ ਘਰੇ ਚੁੱਕ ਕੇ ਲੈ ਕੇ ਜਾਣ ਲੱਗੇ, ਤਾਂ ਉਸ ਤੋਂ ਬਾਅਦ ਪਿੰਡ ਦੇ ਵਾਸੀਆਂ ਨੇ ਇਹ ਡਿਸੀਜਨ ਲਿਆ, ਪਿੰਡ ਦੇ ਵਾਸੀਆਂ ਨੇ ਸਾਧਨ ਨੂੰ ਇਕੱਠਾ ਕੀਤਾ ਤੇ ਇੱਕ ਲੋਕਾਂ ਨੂੰ ਕਿਹਾ ਗਿਆ ਵੀ ਹੁਣ ਕੰਕਾਲ ਇੱਥੇ ਨਹੀਂ, ਕਿਤਪੋਸਾ ਭੇਜਣੇ ਚਾਹੀਦੇ ਨੇ, ਤੇ ਉੱਥੇ ਵਿਸਰਜਨ ਕਰ ਦਿੱਤੇ ਗਏ। ਤਾਂ ਇਤਿਹਾਸ ਆਪਦੇ ਦੀ ਪ੍ਰਤੱਖ ਜਾਂ ਪ੍ਰਮਾਣ ਦੇ ਪੱਖੋਂ ਹੁੰਦਾ, ਜਿਵੇਂ ਦੱਸਦੇ ਨੇ, ਖੁਦ ਦੱਸਿਆ 2 ਜਣਿਆਂ ਨੂੰ ਸੱਪ ਵੀ ਲੜਿਆ, ਉਸ ਤੋਂ ਬਾਅਦ ਸਹੀ ਵੀ ਹੋਏ। ਪਿੰਡ ਡੱਲੇ ਦੀ ਜਦੋਂ ਸਰਹੱਦ ਵਿੱਚ ਆ ਜਾਂਦੇ ਨੇ, ਕੋਈ ਵੀ ਵਿਅਕਤੀ ਹੈ ਪੰਜਾਬ ਵਿੱਚ ਜਾਂ ਬਾਹਰੋਂ ਦੁਨੀਆ ਵਿੱਚ ਕੋਈ ਵੀ ਵਿਅਕਤੀ ਹੈ, ਜੇ ਕੋਈ ਇੱਥੇ ਆ ਜਾਂਦਾ ਜਾਂ ਕਿਸੇ ਨੂੰ ਸੱਪ ਲੜਦਾ, ਇਸ ਪਿੰਡ ਦੀ ਸਰਹੱਦ ਵਿੱਚ ਕੋਈ ਆ ਜਾਂਦਾ, ਤਾਂ ਉਸ ਨੂੰ ਜ਼ਹਿਰ ਨਹੀਂ ਚੜਦਾ। ਇਹ ਇਤਿਹਾਸ ਹੈ, ਔਰ ਪਿੰਡ ਦੇ ਲੋਕ ਵੀ ਇਸ ਇਤਿਹਾਸ ਦੇ ਨਾਲ ਚੱਲਦੇ ਨੇ, ਮੰਨਦੇ ਨੇ। ਹੁਣ ਮੈਂ ਸਵਾਲ ਕੀਤਾ ਸੀ ਸਾਇੰਸ ਦੇ ਉੱਤੇ ਵੀ, ਕਹਿੰਦੇ ਸਾਇੰਸ ਦਾ ਯੁੱਗ ਹੈ, ਕੋਈ ਮੰਨਦਾ ਕੋਈ ਨਹੀਂ ਮੰਨਦਾ, ਪਰ ਇਤਿਹਾਸ ਜਦੋਂ ਨਜ਼ਰ ਮਾਰਦੇ ਨੇ, ਜਿਵੇਂ ਖੁਦ ਬਾਬਾ ਜੀ ਕਹਿੰਦੇ ਸੀ ਵੀ ਪਤਾ ਇਹਨਾਂ ਨੂੰ ਵੀ ਨਹੀਂ ਸੀ, ਸਿਰਫ ਬਜ਼ੁਰਗ ਗੱਲਾਂ ਕਰਦੇ ਹੁੰਦੇ ਸੀ, ਪਰ ਜਦੋਂ ਘੋੜੇ ਦੇ ਕੰਕਾਲ ਮਿਲੇ ਤਾਂ ਇਸ ਚੀਜ਼ ਉੱਤੇ ਮੋਹਰ ਲੱਗ ਗਈ ਕਿ ਵਾਕਈ ਗੁਰੂ ਸਾਹਿਬ ਦਾ ਘੋੜਾ ਇੱਥੇ ਸ਼ਹੀਦ ਹੋਇਆ ਸੀ। ਤਾਂ ਪੰਜਾਬ ਨਿਊਜ਼ ਨਾਲ ਜੁੜੇ ਰਹਿਣਾ, ਪੇਜ ਨੂੰ ਲਾਈਕ ਕਰਨਾ, ਵੀਡੀਓ ਸ਼ੇਅਰ ਕਰਨਾ, ਤੇ ਕੋਸ਼ਿਸ਼ ਕਰਾਂਗੇ ਇਤਿਹਾਸ ਦੇ ਪੱਖੋਂ ਤੁਹਾਡੇ ਤੱਕ ਹੋਰ ਵੀ ਜਾਣਕਾਰੀ ਪਹੁੰਚਾਈ ਜਾਵੇ।